ਗੱਲਾਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ ਅਤੇ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਆਓ ਪੜ੍ਹੀਏ ਕਿ ਭਾਵਨਾ ਨੇ ਆਪਣੇ ਸਫ਼ਰ ਦੌਰਾਨ ਕਿੰਨੀਆਂ ਨਵੀਆਂ ਗੱਲਾਂ ਸਿੱਖੀਆਂ ਤੇ ਪਰਿਵਾਰ ਦਾ ਸਫ਼ਰ ਕਿਹੋ ਜਿਹਾ ਰਿਹਾ। ਭਾਵਨਾ, ਉਸਦੀ ਅੰਮੀ ਅਤੇ ਉਸਦੇ ਪਿਤਾ ਬਠਿੰਡੇ ਜਾ ਰਹੇ ਸਨ। ਉੱਥੇ ਭਾਵਨਾ ਦੇ ਚਾਚੇ ਦੇ ਪੁੱਤਰ ਦਾ ਵਿਆਹ ਸੀ। ਭਾਵਨਾ 6ਵੀਂ ਵਿੱਚ ਪੜ੍ਹਦੀ ਸੀ। ਉਹ ਕਈ ਸਾਲਾਂ ਤੋਂ ਦਿੱਲੀ ਤੋਂ ਬਾਹਰ ਨਹੀਂ ਸੀ ਗਈ। ਜਦੋਂ ਬਹੁਤ ਪਹਿਲਾਂ ਗਈ ਸੀ ਤਾਂ ਛੋਟੀ ਜਿਹੀ ਸੀ। ਉਸਨੂੰ ਉਸ ਯਾਤਰਾ ਦਾ ਕੁਝ ਵੀ ਯਾਦ ਨਹੀਂ ਸੀ। ਗੱਡੀ 3 ਵਜੇ ਦਿੱਲੀ ਜੰਕਸ਼ਨ ਤੋਂ ਚੱਲ ਪਈ। ਉਸਨੇ 8 ਵਜੇ ਬਠਿੰਡੇ ਜਾ ਪੁੱਜਣਾ ਸੀ। ਉਹਨਾਂ ਨੇ ਗੱਡੀ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਖਿੜਕੀਆਂ ਕੋਲ ਬੈਠਣ ਦੀਆਂ ਥਾਵਾਂ ਲੈ ਲਈਆਂ ਸਨ। ਗੱਡੀ ਤੁਰਨ ਵੇਲੇ ਤੱਕ ਭੀੜ ਹੋ ਗਈ ਸੀ, ਪਰ ਉਹ ਵੇਲੇ ਸਿਰ ਆਏ ਹੋਣ ਕਰਕੇ ਆਰਾਮ ਨਾਲ ਬੈਠੇ ਹੋਏ ਸਨ। ਨਾਵਲ ਬੈਗ ਵਿੱਚ ਹੈ ਕਿ ਟੋਕਰੀ ਵਿੱਚ? ਪਿਤਾ ਜੀ ਨੇ ਖੜੇ ਹੁੰਦਿਆਂ ਭਾਵਨਾ ਦੀ ਅੰਮੀ ਤੋਂ ਪੁੱਛਿਆ। ਟੋਕਰੀ ਵਿੱਚ ਹੈ। ਮੇਰੀ ਕਹਾਣੀਆਂ ਦੀ ਪੁਸਤਕ ਵੀ ਕੱਢ ਦਿਓ। ਅੰਮੀ ਤੋਂ ਪਹਿਲਾਂ ਭਾਵਨਾ ਬੋਲ ਪਈ। ਤੇਰੀ ਪੁਸਤਕ ਤਾਂ ਮੈਂ ਬੈਗ ਵਿੱਚ ਪਾਈ ਹੀ ਨਹੀਂ। ਅੰਮੀ ਨੇ ਕਿਹਾ। ਪਿਤਾ ਜੀ ਦਾ ਨਾਵਲ ਦੇਖ ਕੇ ਮੈਂ ਆਪੇ ਪਾ ਦਿੱਤੀ ਸੀ। ਭਾਵਨਾ ਨੇ ਆਪਣੀ ਹੁਸ਼ਿਆਰੀ ਉੱਤੇ ਖੁਸ਼ ਹੋ ਕੇ ਦੱਸਿਆ। ਮੈਨੂੰ ਉੱਨ ਤੇ ਸਲਾਈਆਂ ਫੜਾ ਦਿਓ। ਅੰਮੀ ਬੋਲੀ। ਪਿਤਾ ਜੀ ਨੇ ਇੱਕ ਪਲ ਕੁਝ ਸੋਚਿਆ। ਫਿਰ ਉਹਨਾਂ ਨੇ ਅੰਮੀ ਨੂੰ ਅੱਧ ਬੁਣਿਆ ਸਵੈਟਰ ਤਾਂ ਫੜਾ ਦਿੱਤਾ, ਪਰ ਪੁਸਤਕਾਂ ਨਾ ਕੱਢੀਆਂ। ਨਾ ਆਪਣੀ ਪੁਸਤਕ ਨਾ ਭਾਵਨਾ ਦੀ। ਉਹ ਭਾਵਨਾ ਕੋਲ ਬੈਠ ਗਏ ਅਤੇ ਬੋਲੇ, ਪੁਸਤਕਾਂ ਫੇਰ ਪੜਾਂਗੇ, ਪਹਿਲਾਂ ਬਾਹਰ ਦਾ ਨਜ਼ਾਰਾ ਦੇਖਾਂਗੇ। ਜਦੋਂ ਭਾਵਨਾ ਨੇ ਬਾਹਰ ਦੇਖਿਆ ਤਾਂ ਸਭ ਤੋਂ ਪਹਿਲਾਂ ਉਸਦੀ ਨਜ਼ਰ ਤਾਰਾਂ ਉੱਤੇ ਪਈ। ਪਟੜੀ ਦੇ ਨਾਲ-ਨਾਲ ਟੈਲੀਫੋਨ ਦੀਆਂ ਤਾਰਾਂ ਲੱਗੀਆਂ ਹੋਈਆਂ ਸਨ। ਗੱਡੀ ਕਾਫੀ ਤੇਜ਼ ਚੱਲ ਰਹੀ ਸੀ। ਖੰਭਿਆਂ ਦੇ ਵਿਚਕਾਰ ਤਾਰਾਂ ਢਿੱਲੀਆਂ ਲਟਕ ਰਹੀਆਂ ਸਨ। ਉਹ ਖੰਭੇ ਕੋਲ ਜਾ ਕੇ ਇੱਕਦਮ ਉੱਚੀਆਂ ਹੋ ਜਾਂਦੀਆਂ ਸਨ, ਪਰ ਛੇਤੀ ਹੀ ਫੇਰ ਲਟਕ ਜਾਂਦੀਆਂ ਸਨ। ਤਾਰਾਂ ਠੀਕ ਤਰ੍ਹਾਂ ਕੱਸੀਆਂ ਵੀ ਨਹੀਂ ਕਿਸੇ ਨੇ। ਭਾਵਨਾ ਨੇ ਪਿਤਾ ਜੀ ਕੋਲ ਸ਼ਿਕਾਇਤ ਕੀਤੀ। ਨਹੀਂ ਪੁੱਤਰ, ਇਹ ਜਾਣ ਬੁੱਝ ਕੇ ਢਿੱਲੀਆਂ ਛੱਡੀਆਂ ਗਈਆਂ ਹਨ, ਪਿਤਾ ਜੀ ਨੇ ਦੱਸਿਆ। ਕਿਉਂ? ਭਾਵਨਾ ਹੈਰਾਨ ਹੋਈ। ਤੂੰ ਸਧਾਰਨ ਵਿਗਿਆਨ ਵਿੱਚ ਪੜ੍ਹਿਆ ਹੀ ਹੋਣਾ ਹੈ ਕਿ ਚੀਜ਼ਾਂ ਗਰਮ ਹੋ ਕੇ ਫੈਲਦੀਆਂ ਹਨ ਅਤੇ ਠੰਡੀਆਂ ਹੋ ਕੇ ਸੁੰਗੜਦੀਆਂ ਹਨ। ਜੇ ਇਹ ਪੂਰੀਆਂ ਕਸੀਆਂ ਹੋਈਆਂ ਹੋਣ ਤਾਂ ਸਿਆਲਾਂ ਵਿੱਚ ਸੁੰਗੜ ਕੇ ਟੁੱਟ ਸਕਦੀਆਂ ਹਨ, ਪਿਤਾ ਜੀ ਨੇ ਸਮਝਾਇਆ। ਇੰਨੇ ਨੂੰ ਭਾਵਨਾ ਦਾ ਧਿਆਨ ਇੱਕ ਖੇਤ ਵਿੱਚ ਕੁਝ ਕਰ ਰਹੀਆਂ ਇਸਤਰੀਆਂ ਵੱਲ ਚਲਿਆ ਗਿਆ। ਉਹਨਾਂ ਸਭਨਾਂ ਨੇ ਆਪਣੀਆਂ ਪਿੱਠਾਂ ਉੱਤੇ ਚਾਦਰਾਂ ਦੀਆਂ ਝੋਲੀਆਂ ਬੰਨੀਆਂ ਹੋਈਆਂ ਸਨ। ਉਹ ਬੂਟਿਆਂ ਤੋਂ ਕੁਝ ਤੋੜ-ਤੋੜ ਕੇ ਝੋਲੀਆਂ ਵਿੱਚ ਪਾ ਰਹੀਆਂ ਸਨ। ਪਿਤਾ ਜੀ ਨੇ ਦੱਸਿਆ ਕਿ ਉਹ ਕਪਾਹ ਦਾ ਖੇਤ ਹੈ। ਇਸਤਰੀਆਂ ਖਿੜੀ ਹੋਈ ਕਪਾਹ ਚੁਗ ਰਹੀਆਂ ਹਨ। ਅੰਮੀ ਨੇ ਦੱਸਿਆ ਕਿ ਉਸ ਤੋਂ ਅੱਗੇ ਸੂਤੀ ਕੱਪੜਾ ਬੁਣਿਆ ਜਾਂਦਾ ਹੈ। ਅੰਮੀ ਦੀ ਗੱਲ ਅਜੇ ਮਸਾਂ ਪੂਰੀ ਹੋਈ ਹੀ ਸੀ ਕਿ ਭਾਵਨਾ ਬੋਲ ਪਈ। ਉਹ ਕੋਈ ਕੀ ਕਰ ਰਿਹਾ ਹੈ? ਇੱਕ ਕਿਸਾਨ ਖਾਲੀ ਖੇਤ ਵਿੱਚ ਹਲ ਵਾਹ ਰਿਹਾ ਸੀ। 2 ਬਲਦ ਹਲ ਦੇ ਅੱਗੇ ਜੁੜੇ ਹੋਏ ਸਨ। ਪਿਤਾ ਜੀ ਨੇ ਸਮਝਾਉਂਦਿਆਂ ਕਿਹਾ, ਕਿਸਾਨ ਹਾੜੀ ਦੀ ਫਸਲ ਬੀਜਣ ਲਈ ਜ਼ਮੀਨ ਤਿਆਰ ਕਰ ਰਿਹਾ ਹੈ। ਹਾੜੀ ਦੀ ਫਸਲ ਕੀ ਹੁੰਦੀ ਹੈ? ਭਾਵਨਾ ਨੇ ਪੁੱਛਿਆ। ਜਿਨ੍ਹਾਂ ਫਸਲਾਂ ਨੂੰ ਸਿਆਲ ਚੜ੍ਹਨ ਤੋਂ ਮਗਰੋਂ ਬੀਜਿਆ ਜਾਂਦਾ ਹੈ ਅਤੇ ਹਾੜ ਚੜ੍ਹਦਿਆਂ ਵੱਢਿਆ ਜਾਂਦਾ ਹੈ, ਉਹਨਾਂ ਨੂੰ ਹਾੜੀ ਦੀਆਂ ਫਸਲਾਂ ਆਖਦੇ ਹਨ।
ਪਿਤਾ ਜੀ ਨੇ ਦੱਸਿਆ। ਜਿਵੇਂ ਕਣਕ, ਛੋਲੇ, ਸਰੋਂ। ਅੰਮੀ ਨੇ ਉਦਾਹਰਣ ਦਿੱਤੀ। ਤੇ ਕਪਾਹ? ਭਾਵਨਾ ਨੇ ਇੱਕ ਹੋਰ ਫਸਲ ਦਾ ਨਾਂ ਲਿਆ। ਨਹੀਂ, ਕਪਾਹ ਨਹੀਂ, ਇਹ ਸਾਉਣੀ ਦੀ ਫਸਲ ਹੈ। ਜੋ ਫਸਲਾਂ ਗਰਮੀਆਂ ਵਿੱਚ ਬੀਜ ਕੇ ਸਰਦੀਆਂ ਦੇ ਸ਼ੁਰੂ ਵਿੱਚ ਪ੍ਰਾਪਤ ਹੁੰਦੀਆਂ ਹਨ, ਉਹ ਸਾਉਣ ਦੀਆਂ ਹੁੰਦੀਆਂ ਹਨ, ਪਿਤਾ ਜੀ ਬੋਲੇ। ਭਾਵਨਾ ਇੱਕਦਮ ਹੱਸ ਕੇ ਆਖਣ ਲੱਗੀ, ਉਹ ਦੇਖੋ ਪਿਤਾ ਜੀ, ਇੱਕ ਕਾਂ ਗੱਡੀ ਨਾਲ ਦੌੜ ਲਾ ਰਿਹਾ ਹੈ। ਸਾਰੇ ਰਾਹ ਭਾਵਨਾ ਬਾਹਰ ਕੁਦਰਤ ਵੱਲ, ਖੇਤਾਂ ਵੱਲ, ਖੁੱਲੇ ਅੰਬਰ ਵੱਲ ਵੇਖਦੀ ਗਈ। ਉਹ ਲਗਾਤਾਰ ਕੁਝ ਨਾ ਕੁਝ ਬੋਲ ਰਹੀ ਸੀ। ਉਹ ਭਾਂਤ-ਭਾਂਤ ਦੇ ਸਵਾਲ ਪੁੱਛ ਰਹੀ ਸੀ। ਪਿਤਾ ਜੀ ਅਤੇ ਅੰਮੀ ਉਸ ਦੁਆਰਾ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਧਰ ਸੂਰਜ ਛਿਪ ਰਿਹਾ ਸੀ। ਛਿਪਦਾ ਹੋਇਆ ਸੂਰਜ ਗੂੜਾ ਗੁਲਾਬੀ ਰੰਗ ਦਾ ਹੋ ਗਿਆ ਸੀ। ਐਨੇ ਨੂੰ ਪੰਛੀਆਂ ਦੀਆਂ ਡਾਰਾਂ ਦਿਖਾਈ ਦੇਣ ਲੱਗੀਆਂ। ਕਾਂ, ਘੁੱਗੀਆਂ, ਤੋਤੇ ਅਤੇ ਕਬੂਤਰ ਟੋਲੀਆਂ ਬਣਾ ਕੇ ਉੱਡ ਰਹੇ ਸਨ। ਇਹ ਇੰਨੇ ਕਿੱਥੋਂ ਆ ਗਏ? ਭਾਵਨਾ ਨੇ ਪੰਛੀਆਂ ਦੀਆਂ ਡਾਰਾਂ ਦੇਖ ਕੇ ਪੁੱਛਿਆ। ਇਹ ਆਪਣੇ ਘਰਾਂ ਨੂੰ ਪਰਤ ਰਹੇ ਹਨ, ਪਿਤਾ ਜੀ ਨੇ ਦੱਸਿਆ। ਕਿੱਥੇ ਨੇ ਇਹਨਾਂ ਦੇ ਘਰ? ਭਾਵਨਾ ਪੰਛੀਆਂ ਦੇ ਘਰਾਂ ਦੀ ਗੱਲ ਸੁਣ ਕੇ ਸੋਚ ਵਿੱਚ ਪੈ ਗਈ। ਇਹਨਾਂ ਦੇ ਆਪਣੇ ਆਲਣੇ ਦਰਖਤ ਦੀਆਂ ਟਾਹਣੀਆਂ ਜਾਂ ਰਹਿਣ ਦੇ ਹੋਰ ਟਿਕਾਣੇ ਇਹਨਾਂ ਦੇ ਘਰ ਹੀ ਹਨ, ਪਿਤਾ ਜੀ ਬੋਲੇ। ਸੂਰਜ ਛਿਪ ਗਿਆ ਸੀ। ਬਾਹਰ ਹਨੇਰਾ ਹੋ ਚੱਲਿਆ ਸੀ। ਬਠਿੰਡਾ ਵੀ ਨੇੜੇ ਆ ਗਿਆ ਸੀ। ਅੰਮੀ ਨੇ ਖੜੀ ਹੋ ਕੇ ਸਵੈਟਰ ਟੋਕਰੀ ਵਿੱਚ ਸੰਭਾਲ ਦਿੱਤਾ। ਸੀਟ ਉੱਤੇ ਬੈਠ ਕੇ ਉਹਨਾਂ ਨੇ ਭਾਵਨਾ ਨੂੰ ਬੁੱਕਲ ਵਿੱਚ ਲੈ ਲਿਆ ਅਤੇ ਪੁੱਛਿਆ, ਕਿਹੋ ਜਿਹੀ ਲੱਗੀ ਪੁਸਤਕ ਜੋ ਤੂੰ ਅੱਜ ਰੇਲ ਗੱਡੀ ਵਿੱਚ ਪੜ੍ਹੀ ਹੈ? ਤੁਹਾਡਾ ਸਵੈਟਰ ਬੁਣਦਿਆਂ ਦਾ ਧਿਆਨ ਨਹੀਂ ਰਿਹਾ। ਮੈਂ ਤਾਂ ਗੱਲਾਂ ਹੀ ਕੀਤੀਆਂ, ਪੁਸਤਕ ਤਾਂ ਪੜ੍ਹੀ ਹੀ ਨਹੀਂ। ਭਾਵਨਾ ਨੇ ਉੱਤਰ ਦਿੱਤਾ, ਨਹੀਂ ਪੁੱਤਰ, ਤੂੰ ਸਾਰੇ ਰਾਹ ਪੁਸਤਕ ਹੀ ਤਾਂ ਪੜ੍ਹੀ ਹੈ। ਕੁਦਰਤ ਇੱਕ ਵਿਸ਼ਾਲ ਪੁਸਤਕ ਹੈ, ਗਿਆਨ ਦਾ ਭੰਡਾਰ। ਪਿਤਾ ਜੀ ਨੇ ਭਾਵਨਾ ਦੇ ਸਿਰ ਤੇ ਹੱਥ ਫੇਰਿਆ। ਜਿੰਨੀਆਂ ਗੱਲਾਂ ਮਨੁੱਖ ਕੁਦਰਤ ਦੀ ਪੁਸਤਕ ਵਿੱਚੋਂ ਸਿੱਖ ਸਕਦਾ ਹੈ, ਹੋਰ ਕਿਸੇ ਪੁਸਤਕ ਵਿੱਚੋਂ ਨਹੀਂ ਸਿੱਖਦਾ, ਅੰਮੀ ਨੇ ਸਮਝਾਇਆ। ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਤਾਂ ਅੱਜ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖ ਲਈਆਂ ਹਨ। ਭਾਵਨਾ ਉਤਸ਼ਾਹ ਨਾਲ ਬੋਲੀ ਤੇ ਫਿਰ ਉਹ ਖਿੜਕੀ ਵਿੱਚੋਂ ਦੀ ਬਠਿੰਡੇ ਦਾ ਚਾਨਣ ਦੇਖਣ ਲੱਗ ਪਈ। ਔਖੇ ਸ਼ਬਦਾਂ ਦੇ ਅਰਥ, ਹੁਸ਼ਿਆਰੀ, ਚਤੁਰਾਈ, ਦੱਸਿਆ, ਕਿਹਾ, ਸੁੰਗੜਨਾ, ਇਕੱਠਾ ਹੋਣਾ, ਸਿਆਲ, ਠੰਡ, ਉਹ, ਅੰਮੀ, ਮਾਂ, ਅੰਬਰ, ਆਕਾਸ਼, ਡਾਰਾਂ, ਇਕੱਠ, ਬੁੱਕਲ, ਗੋਦ, ਵਿਸ਼ਾਲ, ਵੱਡੀ, ਭੰਡਾਰ, ਖਜ਼ਾਨਾ, ਉਤਸ਼ਾਹ, ਹੌਸਲਾ। ਚਾਹੀਦਾ ਹੈ। ਆਓ ਪੜ੍ਹੀਏ ਕਿ ਭਾਵਨਾ ਨੇ ਆਪਣੇ ਸਫ਼ਰ ਦੌਰਾਨ